हेलो एवरीवन, वेलकम इन क्लासिक इकोनॉमिक्स। आज का जो टॉपिक है वो आप डिस्कस करांगे वो है न्यू इकोनॉमिक पॉलिसी ਜਾਂ इकोनॉमिक रिफॉर्म्स, या आप कह सकते हैं नवी आर्थिक नीति और आर्थिक सुधार। भारत ने आर्थिक सुधार या नवी आर्थिक नीति 24 जुलाई 1991 ਨੂੰ लागू ਕੀਤੀ ਗਈ। ਭਾਰਤ ਵਿੱਚ ਨਵੇਂ ਆਰਥਿਕ ਸੁਧਾਰ ਕਦੋਂ ਲਾਗੂ ਕੀਤੇ ਗਏ? 24 ਜੁਲਾਈ 1991 ਦੇ ਵਿੱਚ। 1991 ਦੇ ਵਿੱਚ ਦੇਸ਼ ਦੇ ਸਾਹਮਣੇ ਇੱਕ ਅਜਿਹੀ ਸਮੱਸਿਆ ਪੈਦਾ ਹੋ ਗਈ ਸੀ ਕਿ ਇਕਨੋਮਿਕ ਗਰੋਥ ਰੁਕ ਗਈ ਸੀ। ਕੀ ਹਾਲਾਤ ਬਣੇ ਆਪਣੇ ਕੋਲ? ਸਭ ਤੋਂ ਪਹਿਲਾਂ ਜਿਹੜੀ ਕੰਡੀਸ਼ਨ ਖਰਾਬ ਹੋਈ ਆਪਣੀ ਉਹ ਕੀ ਸੀ? ਰਾਜਕੋਸ਼ੀ ਘਾਟੇ ਵਿੱਚ ਵਾਧਾ ਹੋ ਗਿਆ ਸੀ। ਰਾਜਕੋਸ਼ੀ ਘਾਟੇ ਵਿੱਚ ਵਾਧਾ। ਦੂਸਰੇ ਜਿਹੜੇ ਹਾਲਾਤ ਜੋ ਐਡਵਰਸ ਹੋਏ, ਪ੍ਰਤੀਕੂਲ ਭੁਗਤਾਨ ਬਾਕੀ ਵਿੱਚ ਵਾਧਾ ਹੋ ਗਿਆ। ਤੀਸਰਾ ਖਾੜੀ ਯੁੱਧ ਹੋਇਆ, ਇਰਾਕ ਦੇ ਵਿੱਚ ਯੁੱਧ ਹੋਇਆ। ਆਪਾਂ ਬਹੁਤ ਸਾਰਾ ਪੈਟਰੋਲ ਓਪੇਕ ਕੰਟਰੀਜ਼ ਤੋਂ, ਇਰਾਕ ਤੋਂ, ਉਧਰੋਂ ਆਪਾਂ ਇੰਪੋਰਟ ਕਰਦੇ ਹਾਂ, ਤਾਂ ਉਹਦੀ ਕੀਮਤਾਂ ਵਧਣ ਕਰਕੇ ਉਹਦਾ ਭੁਗਤਾਨ ਵੱਧ ਗਿਆ, ਤਾਂ ਇੱਕ ਬਹੁਤ ਵੱਡੀ ਸਮੱਸਿਆ ਹੋ ਗਈ ਆਪਣੇ ਲਈ। ਇਸੇ ਤਰ੍ਹਾਂ ਜੋ ਵਿਦੇਸ਼ੀ ਮੁਦਰਾ ਦੇ ਭੰਡਾਰ ਹੈ ਉਹ ਆਪਣੇ ਕੋਲ ਬਹੁਤ ਜ਼ਿਆਦਾ ਘਟ ਗਏ। ਫਸਟ ਟਾਈਮ ਅਜਿਹਾ ਹੋਇਆ ਕਿ ਜੋ ਵਿਦੇਸ਼ੀ ਮੁਦਰਾ ਦਾ ਭੰਡਾਰ ਹੈ ਉਹ ਇੰਨਾ ਘਟ ਗਿਆ ਕਿ ਸਿਰਫ 10 ਦਿਨ ਦੀ ਪੇਮੈਂਟ ਹੀ ਕਰ ਸਕਦੇ ਸੀ। ਜੋ ਆਪਾਂ ਆਯਾਤ ਕਰਦੇ ਬਾਹਰੋਂ ਦੀ, ਸਿਰਫ 10 ਡੇਜ਼ ਲਈ ਹੀ ਲੈਫਟ ਰਹਿ ਗਿਆ ਸੀਗਾ। ਉਸ ਤੋਂ ਬਾਅਦ ਕੀਮਤਾਂ ਲਗਾਤਾਰ ਵਧ ਰਹੀਆਂ ਸੀ ਔਰ ਸਾਰਜਨਿਕ ਖੇਤਰ ਦੇ ਜਿਹੜੇ ਉਦਮ ਸੀ ਉਹ ਅਸਫਲ ਹੋ ਗਏ ਸੀ। ਇੱਕ ਤਰੀਕੇ ਨਾਲ ਦੇਖਿਆ ਜਾਏ ਤਾਂ ਭਾਰਤ ਦੀ ਜੋ ਆਰਥਿਕ ਦਸ਼ਾ ਜਿਹੜੀ ਹੈ ਕਾਫੀ ਵਿਗੜ ਗਈ ਸੀ। ਉਸ ਸਮੇਂ ਦੇ ਵਿੱਚ ਉਸ ਟਾਈਮ ਦੀ ਜੋ ਗਵਰਨਮੈਂਟ ਸੀ ਨਰਸਿਮਹਾ ਰਾਓ ਜੀ ਦੀ, ਉਹਨਾਂ ਨੇ ਡਿਸਾਈਡ ਕੀਤਾ ਕਿ ਜੋ ਪੁਰਾਣੇ ਟਾਈਮ ਤੋਂ ਚੱਲੀ ਆ ਰਹੀ ਜੋ ਇੱਕ ਰੂਲਸ ਐਂਡ ਰੈਗੂਲੇਸ਼ਨ ਦੀ ਵਿਵਸਥਾ ਸੀ ਉਸ ਨੂੰ ਸੁਧਾਰਿਆ ਜਾਏ। ਤੇ ਉਸ ਨੂੰ ਕਿਸ ਤਰ੍ਹਾਂ ਸੁਧਾਰਿਆ ਗਿਆ? ਪਹਿਲਾਂ ਕਿਸ ਤਰ੍ਹਾਂ ਦੀ ਵਿਵਸਥਾ ਚੱਲਦੀ ਸੀ? ਜੋ ਸੁਧਾਰ ਕੀਤੇ ਗਏ ਆਰਥਿਕ ਵਿਕਾਸ ਦੇ ਲਈ, ਅਰਥ ਵਿਵਸਥਾ ਦੇ ਵਿਕਾਸ ਦੇ ਲਈ, ਉਸ ਨੂੰ ਹੀ ਆਰਥਿਕ ਸੁਧਾਰਾਂ ਦਾ ਨਾਂ ਦਿੱਤਾ ਜਾਂਦਾ ਹੈ। ਪਰ ਫਿਰ ਵੀ ਇਹਦੇ ਅਰਥ ਦੇ ਵਿੱਚ ਕੁਝ ਲਾਈਨਾਂ ਆਪਾਂ ਨੂੰ ਲਿਖਣੀਆਂ ਪੈਣਗੀਆਂ, ਤਾਂ ਆਪਾਂ ਇੱਥੇ ਉਹਦਾ ਇੱਕ ਮਾਡਲ ਲਿਖਦੇ ਹਾਂ ਕਿ ਕਿਸ ਤਰ੍ਹਾਂ ਦੀ ਲਾਈਨਾਂ ਤੁਸੀਂ ਲਿਖੋਗੇ। ਸਭ ਤੋਂ ਪਹਿਲਾਂ ਆਰਥਿਕ ਸੁਧਾਰ ਦਾ ਅਰਥ। ਆਰਥਿਕ ਸੁਧਾਰਾਂ ਤੋਂ ਭਾਵ ਉਹਨਾਂ ਸਾਰੇ ਯਤਨਾਂ ਤੋਂ ਹੈ। ਆਰਥਿਕ ਸੁਧਾਰ ਵਿੱਚ ਯਤਨ ਕੀਤੇ ਜਾਂਦੇ ਹਨ। ਆਰਥਿਕ ਸੁਧਾਰਾਂ ਤੋਂ ਭਾਵ ਉਹਨਾਂ ਸਾਰੇ ਯਤਨਾਂ ਤੋਂ ਹੈ ਜਿਨ੍ਹਾਂ ਦਾ ਉਦੇਸ਼ ਅਰਥ ਵਿਵਸਥਾ ਨੂੰ ਵਧੇਰੇ ਕੁਸ਼ਲ, ਉਪਯੋਗੀ ਅਤੇ ਵਿਕਸਿਤ ਬਣਾਉਣਾ ਹੈ। ਯਾਨੀ ਕਿ ਉਹ ਸਾਰੇ ਯਤਨ ਜਿਨ੍ਹਾਂ ਦਾ ਉਦੇਸ਼ ਅਰਥ ਵਿਵਸਥਾ ਨੂੰ, ਇਕੋਨਮੀ ਨੂੰ ਵਧੇਰੇ ਮਾਤਰਾ ਵਿੱਚ, ਜ਼ਿਆਦਾ ਮਾਤਰਾ ਵਿੱਚ ਕੁਸ਼ਲ ਬਣਾਉਣਾ ਹੈ, ਉਪਯੋਗੀ ਬਣਾਉਣਾ ਹੈ ਔਰ ਵਿਕਸਿਤ ਬਣਾਉਣਾ ਹੈ, ਉਹਨਾਂ ਨੂੰ ਆਰਥਿਕ ਸੁਧਾਰ ਕਿਹਾ ਜਾਂਦਾ ਹੈ। ਇਹ ਆਪਾਂ ਪਹਿਲਾਂ ਹੀ ਦੱਸਦਾ ਕਿ ਭਾਰਤੀ 'ਚ ਆਰਥਿਕ ਸੁਧਾਰ ਕਦੋਂ ਲਾਗੂ ਕੀਤੇ ਗਏ? 24 ਜੁਲਾਈ 1991 ਦੇ ਵਿੱਚ। ਇਹਨਾਂ ਦੇ ਵਿੱਚ ਕੀ ਕੀਤਾ ਗਿਆ? ਆਰਥਿਕ ਸੁਧਾਰ ਮੁੱਖ ਰੂਪ 'ਚ ਕਿਹੜੇ ਕੀਤੇ ਗਏ? ਉਹਨਾਂ ਨੂੰ ਆਪਾਂ 3 ਹੈਡਿੰਗ ਸੇ ਵੰਡ ਸਕਦੇ ਹਾਂ ਔਰ ਇੱਥੇ ਲਿਖਾਂਗੇ ਇਹਨਾਂ ਨੂੰ। ਇਹ ਤਿੰਨੋਂ ਲਿਖਣੇ, ਇੱਕ ਵੀ ਆਪਾਂ ਇਹਨਾਂ ਤੋਂ ਸਕਿਪ ਨਹੀਂ ਕਰ ਸਕਦੇ। ਪਹਿਲਾ ਲਾਇਸੈਂਸਿੰਗ ਪ੍ਰਣਾਲੀ ਚੱਲਦੀ ਸੀ, यानी कि कोई भी उद्योग स्थापित करना है या तुसी व्यापार करना है तो गवर्नमेंट तो लाइसेंस लेना पैंदा सी उस उद्योग दे लई, उस उद्योग की स्थापना लई या व्यापार करन दे लई। गवर्नमेंट ने हुण क्या कीता कि लाइसेंसिंग जो व्यवस्था सी उस नूं खत्म करता। टोटली नहीं खत्म किया। कुछ इंडस्ट्रीज इहो जी हैं जिन्हां दे एस्टैबलिशमेंट दे लई आपां नूं लाइसेंस की लोड़ है। वो 5 इंडस्ट्री ही रखिया गवर्नमेंट ने अपने को, ओनली 5। बाकी सारी जो इंडस्ट्री सीगियां और गवर्नमेंट ने लाइसेंस फ्री करती, उन्हां लई कोई लाइसेंस की लोड़ नहीं सी। तां इस तरह की जो प्रक्रिया होंदी है, जो लाइसेंस नूं हटाया जाता है तो उस प्रक्रिया नूं कहते हैं उदारीकरण, यानी कि लिबरलाइजेशन। तो लाइसेंसिंग की थां ते लिबरलाइजेशन की पॉलिसी अपनाई, ਲਾਇਸੈਂਸਿੰਗ ਦੀ ਥਾਂ ਤੇ ਉਦਾਰੀਕਰਨ ਦੀ ਨੀਤੀ ਅਪਣਾਈ। ਜਦੋਂ ਇਸ ਤਰ੍ਹਾਂ ਦੀ ਢਿੱਲ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਦੇ ਵਪਾਰ ਨੂੰ ਸੌਖਾ ਕੀਤਾ ਜਾਂਦਾ ਤਾਂ ਉਸ ਨੂੰ ਉਦਾਰੀਕਰਨ ਕਿਹਾ ਜਾਂਦਾ ਹੈ। तो फर्स्ट है
ਲਾਇਸੈਂਸਿੰਗ ਦੀ ਥਾਂ ਤੇ ਲਿਬਰਲਾਈਜੇਸ਼ਨ ਜਾਂ ਲਾਇਸੈਂਸਿੰਗ ਦੀ ਥਾਂ ਤੇ ਉਦਾਰੀਕਰਨ ਕੀਤਾ ਗਿਆ। ਦੂਸਰਾ ਪੁਆਇੰਟ ਕੀ ਹੈ, ਉਦਯੋਗਪਤੀਆਂ ਲਈ ਪਹਿਲਾਂ ਕੋਟਾ ਸਿਸਟਮ ਚੱਲਦਾ ਸੀ, ਕੋਟਾ ਸਿਸਟਮ ਦੀ ਥਾਂ ਤੇ ਹੁਣ ਪ੍ਰਾਈਵੇਟਾਈਜੇਸ਼ਨ ਕੀਤਾ ਗਿਆ, ਯਾਨੀ ਕਿ ਨਿੱਜੀਕਰਨ ਕਰ ਦਿੱਤਾ ਗਿਆ। ਭਾਰਤ ਦੇ ਬਹੁਤ ਸਾਰੇ ਜਿਹੜੇ ਉਦਯੋਗ ਸੀਗੇ ਉਹਨਾਂ ਦੇ ਵਿੱਚ ਗਵਰਨਮੈਂਟ ਅੰਡਰਟੇਕਿੰਗ ਚੱਲਦੀ ਸੀ। ਪਹਿਲਾਂ ਗਵਰਨਮੈਂਟ ਕੋਲ ਬਹੁਤ ਸਾਰੇ ਉਦਯੋਗ ਸੀਗੇ ਜਿਨ੍ਹਾਂ ਨੂੰ ਗਵਰਨਮੈਂਟ ਹੀ ਸਥਾਪਿਤ ਕਰ ਸਕਦੀ ਸੀ। 17 ਉਦਯੋਗ ਤਾਂ ਗਵਰਨਮੈਂਟ ਨੇ ਅਜਿਹੇ ਰੱਖੇ ਸੀ ਇਸ ਤੋਂ ਪਹਿਲਾਂ ਜਿਨ੍ਹਾਂ ਤੇ ਸਿਰਫ ਔਰ ਸਿਰਫ ਪਬਲਿਕ ਸੈਕਟਰ ਦਾ ਹੀ ਅਧਿਕਾਰ ਸੀ। ਉਸ ਦਾ ਨਿੱਜੀਕਰਨ ਕਰ ਦਿੱਤਾ ਗਿਆ, ਵਿਨਿਵੇਸ਼ ਕਰ ਦਿੱਤਾ ਗਿਆ। ਤਾਂ ਇਸ ਕਰਕੇ ਭਾਰਤ ਵਿੱਚ ਨਿੱਜੀਕਰਨ ਦੀ ਇੱਕ ਪ੍ਰਥਾ ਸਟਾਰਟ ਹੋਈ 1991 ਦੇ ਵਿੱਚ। ਤਾਂ ਕੋਟਾ ਦੀ ਥਾਂ ਤੇ ਪ੍ਰਾਈਵੇਟਾਈਜੇਸ਼ਨ ਯਾਨੀ ਕਿਉ ਦੀ ਥਾਂ ਤੇ ਪੀ ਨੂੰ ਸਬਸਟੀਟਿਊਟ ਕੀਤਾ ਗਿਆ। ਔਰ ਤੀਸਰਾ ਜਿਹੜਾ ਹੈ, ਆਯਾਤ ਅਤੇ ਨਿਰਯਾਤ ਦੇ ਲਈ ਪਰਮਿਟ ਦੀ ਲੋੜ ਹੁੰਦੀ ਸੀ। ਪਹਿਲਾਂ ਪਰਮਿਟ ਦੀ ਲੋੜ ਹੁੰਦੀ ਸੀ, ਹੁਣ ਕੀ ਕਰ ਦਿੱਤਾ ਗਿਆ, ਕੋਈ ਵੀ ਜੋ ਆਯਾਤ ਔਰ ਨਿਰਯਾਤ ਕਰਨਾ ਚਾਹੁੰਦਾ ਹੈ ਉਹਨੂੰ ਪਰਮਿਟ ਦੀ ਹੁਣ ਲੋੜ ਨਹੀਂ ਰਹੀ, ਯਾਨੀ ਕਿ ਗਲੋਬਲਾਈਜੇਸ਼ਨ ਦੀ ਨੀਤੀ ਅਪਣਾਈ, ਵਿਸ਼ਵੀਕਰਨ ਦੀ ਨੀਤੀ ਅਪਣਾਈ। ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਕੀ ਹੁੰਦਾ ਹੈ, ਸਾਰੀ ਅਰਥ ਵਿਵਸਥਾ ਦੇ ਨਾਲ ਆਪਣੀ ਅਰਥ ਵਿਵਸਥਾ ਨੂੰ ਅਟੈਚ ਕਰ ਦੇਣਾ, ਖੋਲ ਦੇਣਾ। ਗਲੋਬਲਾਈਜੇਸ਼ਨ ਦੇ ਵਿੱਚ ਕੋਈ ਵੀ ਕੰਟਰੀ ਕਿਸੇ ਵੀ ਕੰਟਰੀ ਦੇ ਨਾਲ ਬਿਨਾਂ ਕਿਸੇ ਰੋਕ ਟੋਕ ਤੋਂ ਆਯਾਤ ਔਰ ਨਿਰਯਾਤ ਕਰ ਸਕਦਾ ਹੈ, ਯਾਨੀ ਕਿ ਸਾਰੀ ਧਰਤੀ ਜਿਹੜੀ ਹੈ, ਸਾਰੇ ਦੇਸ਼ ਜਿਹੜੇ ਹੈ ਉਹ ਇੱਕ ਦੂਸਰੇ ਨਾਲ ਲਈ ਖੋਲ ਦਿੱਤੇ ਜਾਂਦੇ हैं। ਉੱਥੇ ਬਿਨਾਂ ਕਿਸੇ ਪਰਮਿਟ ਤੋਂ ਤੁਸੀਂ ਆਯਾਤ ਔਰ ਨਿਰਯਾਤ ਕਰ ਸਕਦੇ ਹੋ। तो जो परमिट सी उस नूं ग्लोबलाइजेशन च कन्वर्ट किया गया, लाइसेंसिंग नूं किया गया लिबरलाइजेशन च, कोटा दी थां ते प्राइवेटाइजेशन और परमिट दी थां ते ग्लोबलाइजेशन किया गया। ये जिहड़े सुधार किए गए, ये जिहड़े आर्थिक सुधार किए गए, इन्हां नूं न्यू इकोनॉमिक पॉलिसी का नाम भी दिता जाता है। इन्हां सुधारां नूं अक्सर नवी आर्थिक नीति न्यू इकोनॉमिक पॉलिसी भी कहा जाता है। न्यू इकोनॉमिक पॉलिसी जेकर आ जाए राइट ए नोट ऑन न्यू इकोनॉमिक पॉलिसी या नवी आर्थिक नीति तां भी तुसी यही टॉपिक डिस्कस करना है। इत्थे इहदा ब्रीफ आपां इस तरह लिख सकते हैं, लाइसेंस दी थां ते लिबरलाइजेशन, कोटा दी थां ते प्राइवेटाइजेशन, परमिट दी थां ते ग्लोबलाइजेशन, यानी कि आ जिहड़ा है अपने कोल LQP, इहदी थां ते LPG, LQP दी थां ते LPG दी नीति अपनाई, या आप कह सकते हैं LPG दा स्थानापन किया गया LQP दी थां ते, और इन्हां नूं ही आर्थिक सुधार जां नवी आर्थिक नीति का नाम दिता गया। तो यह है स्टूडेंट्स अपना एक छोटा जिहा लैक्चर आर्थिक सुधार या नवी आर्थिक नीति तो की पावर। नैक्सट लैक्चर आर्थिक सुधारां दी लोड़ क्यों पई वो आपां लैके आवांगे। जे तुसी चैनल नूं सबसक्राइब नहीं किया, चैनल सबसक्राइब कर लो। लैक्चर जिहड़ा है अच्छा लग्या तो लाइक जरूर करो, बैल आइकन प्रेस कर लो ताकि नोटिफिकेशन तुहानूं मिलिया करे, और इस लैक्चर नूं अपने कुछ साथियों के नाल शेयर भी करो। थैंक्स स्टूडेंट्स, थैंक्स अ लॉट।